गुड मॉर्निंग स्टूडेंट्स। अज जी ਆਪਾਂ नवा चैप्टर ਜਿਹੜਾ ਹੈਗਾ अपना 8th है, सॉरी 8th चैप्टर हैगा मोशन। मोशन मैंने गति वो शुरू करन जा रही है। ठीक है जी। सो गति ਜਿਹੜੀ ਹੁੰਦੀ ਹੈ, ਗਤੀ ਆਪਾਂ ਨੂੰ ਵਰਡ ਤੋਂ ਪਤਾ ਲੱਗਦਾ ਹੈ ਕਿ ਗਤੀ ਜਿਹੜੀ ਹੈ ਮੂਵਮੈਂਟ ਨੂੰ ਕਹਿੰਦੇ ਆ, ਚੱਲਣ ਨੂੰ ਕਹਿੰਦੇ ਆ, ਰੁਕਣ ਨੂੰ ਨਹੀਂ ਕਹਿੰਦੇ, ਖੜੇ ਹੋਣ ਨੂੰ ਗਤੀ ਨਹੀਂ ਕਹਿੰਦੇ। ਜਿਹੜੀ ਖੜੇ ਹੋਣ ਦੀ ਅਵਸਥਾ ਹੁੰਦੀ ਹੈ ਉਹਨੂੰ ਅਸੀਂ ਵਿਰਾਮ ਅਵਸਥਾ ਬੋਲਦੇ ਹਾਂ। ਲੇਕਿਨ ਜਦੋਂ ਕੋਈ ਚੀਜ਼ ਆਪਣੀ ਜਗ੍ਹਾ ਨੂੰ ਬਦਲ ਕੇ ਨਵੀਂ ਜਗ੍ਹਾ ਤੇ ਚਲੇ ਜਾਂਦੀ ਹੈ, ਸਮੇਂ ਦੇ ਮੁਤਾਬਿਕ ਆਪਣੀ ਥਾਂ ਬਦਲ ਲੈਂਦੀ ਹੈ, ਉਹ ਉਸ ਚੀਜ਼ ਨੂੰ ਅਸੀਂ ਬੋਲਦੇ ਹਾਂ ਗਤੀ ਦੇ ਵਿੱਚ ਹੈ। ਹੁਣ ਜਿੱਦਾਂ ਸਾਨੂੰ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਚੀਜ਼ਾਂ ਗਤੀ ਵਿੱਚ ਨਜ਼ਰ ਆਉਂਦੀਆਂ, ਪੰਛੀ ਉੱਡ ਰਹੇ ਆ, ਅਸਮਾਨ ਦੇ ਵਿੱਚ ਬੜੀਆਂ ਚੀਜ਼ਾਂ ਜਿਹੜੀਆਂ ਉਹ ਉੱਡ ਰਹੀਆਂ, ਆਪਣੇ ਆਲੇ ਦੁਆਲੇ ਸੜਕਾਂ ਦੇ ਉੱਤੇ ਸਕੂਟਰ ਚੱਲ ਰਹੇ ਆ, ਮੋਟਰਸਾਈਕਲ ਚੱਲ ਰਹੇ ਆ, ਗੱਡੀਆਂ ਚੱਲ ਰਹੀਆਂ ਆ, ਕਾਰਾਂ ਚੱਲ ਰਹੀਆਂ। ਇਹ ਚੀਜ਼ਾਂ ਸਾਨੂੰ ਗਤੀ ਵਿੱਚ ਲੱਗਦੀਆਂ ਔਰ ਅਸੀਂ ਖੁਦ ਵੀ ਜਦੋਂ ਚੱਲਦੇ ਹਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਪਹੁੰਚ ਜਾਂਦੇ ਹਾਂ ਤਾਂ ਅਸੀਂ ਵੀ ਗਤੀ ਕਰਕੇ ਜਾਂਦੇ ਹਾਂ। ਸੋ ਗਤੀ ਜਿਹੜੀ ਹੁੰਦੀ ਹੈ ਮਤਲਬ ਮੋਸ਼ਨ ਹੁੰਦੀ ਹੈ, ਮੂਵਮੈਂਟ ਹੁੰਦੀ ਹੈ। ਇੱਕ ਜਗ੍ਹਾ ਤੇ ਰੁਕਣਾ ਗਤੀ ਨਹੀਂ ਹੈ। ਇੱਕ ਜਗ੍ਹਾ ਤੋਂ ਜਦੋਂ ਕੋਈ ਚੀਜ਼ ਜਿਹੜੀ ਹੈ ਆਪਣੀ ਜਗ੍ਹਾ ਛੋੜ ਕੇ ਸਮੇਂ ਦੇ ਨਾਲ ਆਪਣੀ ਜਿਹੜੀ ਹੈ ਪੋਜੀਸ਼ਨ ਚੇਂਜ ਕਰ ਲੈਂਦੀ ਹੈ, ਇੱਕ ਨਵੀਂ ਜਗ੍ਹਾ ਤੇ ਆ ਜਾਂਦੀ ਹੈ, ਉਹ ਡਿਸਟੈਂਸ ਤੈਅ ਕਰਕੇ ਆਉਂਦੀ ਹੈ, ਦੂਰੀ ਤੈਅ ਕਰਕੇ ਆਉਂਦੀ ਹੈ, ਉਸ ਆਉਣ ਨੂੰ ਅਸੀਂ ਗਤੀ ਦਾ ਸ਼ਬਦ ਯੂਜ਼ ਕਰਦੇ ਹਾਂ, ਗਤੀ ਹੈ। ਹੁਣ ਜਦੋਂ ਕੋਈ ਚੀਜ਼ ਗਤੀ ਕਰੂਗੀ ਨਾ ਉਹ ਕੁਝ ਦੂਰੀ ਜ਼ਰੂਰ, ਫਾਸਲਾ ਜ਼ਰੂਰ ਤੈਅ ਕਰੂਗੀ, ਕਿਉਂਕਿ ਗਤੀ ਨੂੰ ਜਦੋਂ ਆਪਾਂ ਸਮਝਣਾ ਨਾ ਇੱਕ ਦੂਜੇ ਦੇ ਨਾਲ ਰਿਲੇਟ ਕਰਕੇ ਸਮਝ ਸਕਦੇ ਹਾਂ। ਫੋਰ ਐਗਜ਼ਾਮਪਲ ਮੰਨ ਲਓ ਕੋਈ ਜਿਹੜਾ ਹੈਗਾ ਬੰਦਾ ਜਿਹੜਾ ਹੈਗਾ ਨਾ ਸੜਕ ਦੇ ਕਿਨਾਰੇ ਖੜਾ ਔਰ ਉਹਦੇ ਮੂਹਰ ਦੀ ਜਿਹੜੀ ਬੱਸ ਨਿਕਲ ਰਹੀ ਹੈ, ਬੱਸ ਦੇ ਵਿੱਚ ਜਿਹੜੇ ਹੈਗੇ ਆ ਲੋਕ ਬੈਠੇ ਹੋਏ ਆ, ਉਹਨੂੰ ਲੱਗ ਰਿਹਾ ਉਹ ਜਦੋਂ ਦੇਖੂਗਾ ਤਾਂ ਉਹ ਖੜਾ ਹੋਇਆ ਉਹਦੇ ਹਿਸਾਬ ਦੇ ਨਾਲ ਬੱਸ ਜਿਹੜੀ ਆ ਉਹਦੇ ਨਾਲ ਉਹਦੇ ਵਿਚਲੀਆਂ ਸਵਾਰੀਆਂ ਜਿਹੜੀਆਂ ਉਹ ਗਤੀ ਵਿੱਚ ਹੈਗੀਆਂ ਤੇ ਉਹ ਚਲੀਆਂ ਗਈਆਂ, ਅੱਗੇ ਲੰਘ ਗਈਆਂ। ਲੇਕਿਨ ਜਿਹੜੇ ਬੱਸ ਵਿੱਚ ਬੈਠੇ ਲੋਕ ਹੁੰਦੇ ਆ ਉਹਨਾਂ ਨੂੰ ਜਿਹੜੇ ਆ ਆਪਣੇ ਆਲੇ ਦੁਆਲੇ ਦੇ ਜਿਹੜੇ ਸਾਹਮਣੇ ਉਹਨਾਂ ਦੇ ਲੰਘ ਰਹੇ ਪੇੜ ਪੌਦੇ, ਉਹਨੂੰ ਲੱਗਦਾ ਕਿ ਉਹ ਪਿੱਛੇ ਨੂੰ ਜਾ ਰਹੇ ਆ, ਉਹਨਾਂ ਨੂੰ ਉਹ ਗਤੀ ਦੇ ਵਿੱਚ ਲੱਗਦੇ ਆ। ਔਰ ਇੱਕ ਦੂਜੇ ਦੇ ਹਿਸਾਬ ਤੇ ਸਵਾਰੀਆਂ ਜਿਹੜੀਆਂ ਉਹਨਾਂ ਨੂੰ ਲੱਗਦਾ ਅਸੀਂ ਤਾਂ ਬੈਠੇ ਹੀ ਹਾਂ, ਅਸੀਂ ਨਹੀਂ ਗਤੀ ਕਰ ਰਹੇ ਹੈਗੇ, ਲੇਕਿਨ ਸਾਡੀ ਬਾਹਰ ਵਾਲੀਆਂ ਜਿਹੜੀਆਂ ਚੀਜ਼ਾਂ ਨਾ ਉਹ ਗਤੀ 'ਚ ਨਜ਼ਰ ਆਉਂਦੀਆਂ। ਸੋ ਗਤੀ ਜਿਹੜੀ ਹੈ ਇੱਕ ਦੂਜੇ ਦੇ ਰਿਲੇਟਿਵ ਆਪਾਂ ਮਹਿਸੂਸ ਕਰ ਸਕਦੇ ਹਾਂ, ਦੇਖ ਸਕਦੇ ਹਾਂ ਕਿ ਜਦੋਂ ਇੱਕ ਜਣਾ ਖੜਾ ਹੈ ਤਾਂ ਉਹਦੇ ਮੁਤਾਬਿਕ ਦੂਸਰਾ ਜਣਾ ਜਦੋਂ ਅੱਗੇ ਚਲਾ ਜਾਂਦਾ ਫਿਰ ਸਾਨੂੰ ਪਤਾ ਲੱਗਦਾ ਕਿ ਇਹਨੇ ਗਤੀ ਕਰ ਲਈ ਹੈ ਔਰ ਦੂਸਰਾ ਆਪਣੀ ਜਗ੍ਹਾ ਤੇ ਹੈ। ਸੋ ਇਹ ਮੋਸ਼ਨ ਹੈ। ਜਿੱਦਾਂ ਤੁਸੀਂ ਸਕੂਲ ਤੋਂ ਘਰ ਤੱਕ ਜਾਂਦੇ ਆ ਨਾ, ਘਰ ਤੋਂ ਸਕੂਲ ਤੱਕ ਆਉਂਦੇ ਆ ਤਾਂ ਗਤੀ ਕਰਕੇ ਆਉਂਦੇ ਆ। ਔਰ ਇਹ ਜਿਹੜਾ ਫਾਸਲਾ ਤੈਅ ਕਰਦੇ ਆ, ਤੁਸੀਂ ਦੂਰੀ ਤੈਅ ਕਰਦੇ ਆ ਘਰ ਤੋਂ ਸਕੂਲ ਤੱਕ ਦੀ, ਸਕੂਲ ਤੋਂ ਘਰ ਤੱਕ ਦੀ, ਫਿਰ ਆਪਾਂ ਨੂੰ ਜਿਹੜੀ ਆ ਉਹ ਦੂਰੀ ਦੇ ਹਿਸਾਬ ਤੇ ਪਤਾ ਲੱਗਦਾ ਹੈ ਕਿ ਅਸੀਂ ਜਿਹੜੀ ਹੈ ਗਤੀ ਕਰਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਇੰਨਾ ਡਿਸਟੈਂਸ ਤੈਅ ਕਰਕੇ ਚਲੇ ਗਏ ਆ ਔਰ ਸਾਨੂੰ ਇੰਨਾ ਟਾਈਮ ਲੱਗ ਗਿਆ। ਸੋ ਗਤੀ ਨੂੰ ਸਮਝਣ ਲਈ ਆਪਾਂ ਨੂੰ ਜਿਹੜੀ ਹੈਗੀ ਆ ਦੂਜੀ ਟਰਮ ਲੈਣੀ ਪਊਗੀ, ਉਹ ਹੈ ਦੂਰੀ। ਸੋ ਦੂਰੀ ਜਿਹੜੀ ਹੈ ਜੇ ਡਿਸਟੈਂਸ ਨੂੰ ਕਹਿੰਦੇ ਆ, ਮਤਲਬ ਕਿ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਦਾ ਕਿਲੋਮੀਟਰ ਜਾਂ ਮੀਟਰ ਜਿਹਦੇ ਵਿੱਚ ਵੀ ਆਪਾਂ ਫਾਸਲਾ ਮਾਪਦੇ ਹਾਂ ਉਹ ਦੂਰੀ ਬਣ ਜਾਂਦੀ ਹੈ। ਸੋ ਦੂਰੀ ਦੇ ਨਾਲ ਇੱਕ ਵਰਡ ਤੁਸੀਂ ਵਿਸਥਾਪਨ ਜਿਹੜਾ ਜ਼ਰੂਰ ਸਮਝ ਲੈਣਾ, ਕਿਉਂਕਿ ਵਿਸਥਾਪਨ ਤੇ ਦੂਰੀ ਦੇ ਵਿੱਚ ਹੈ ਦੋਨੋਂ ਡਿਸਟੈਂਸ ਹੈ ਪਰ ਦੋਨਾਂ 'ਚ ਫਰਕ ਹੁੰਦਾ। ਵਿਸਥਾਪਨ ਜਿਹੜਾ ਹੁੰਦਾ ਨਾ ਇਹ ਸਿਰਫ ਆਰੰਭਿਕ ਬਿੰਦੂ ਯਾਨੀ ਜਿੱਥੋਂ ਚੀਜ਼ ਸਟਾਰਟ ਹੋਈ ਹੈ ਚੱਲਣਾ ਤੇ ਫਾਈਨਲ ਬਿੰਦੂ ਯਾਨੀ ਜਿੱਥੇ ਐਂਡ ਦੇ ਵਿੱਚ ਪਹੁੰਚੀ ਹੈ ਉਹ ਸਿਰਫ ਉਸ ਚੀਜ਼ ਤੇ ਡਿਪੈਂਡ ਕਰਦਾ। ਇਹ ਉਹਦੇ ਪਾਥ ਤੇ ਡਿਪੈਂਡ ਨਹੀਂ ਕਰਦਾ ਕਿ ਉੱਥੋਂ ਤੋਂ ਉੱਥੇ ਪਹੁੰਚਣ ਲਈ ਉਹਨੂੰ ਕਿੰਨਾ ਹੋਰ ਰਸਤਾ ਜਾਣਾ ਪਿਆ ਜਾਂ ਕਿੱਦਾਂ। ਇਹਨੂੰ ਸਮਝਣ ਲਈ ਆਪਾਂ ਇੱਕ ਐਗਜ਼ਾਮਪਲ ਲੈ ਸਕਦੇ ਹਾਂ, ਹੈ ਨਾ। ਤਾਂ ਮੰਨ ਲਓ ਆਪਾਂ ਕੋਈ ਚੀਜ਼ ਇਸ ਬਿੰਦੂ ਤੋਂ ਚੱਲਣੀ ਸਟਾਰਟ ਕਰ ਦਿੰਦੀ ਹੈ, ਠੀਕ ਹੈ। ਉਹ ਐਦਾਂ ਡਿਸਟੈਂਸ ਤੈਅ ਕਰਕੇ ਇੱਕ ਬਿੰਦੂ A ਹੈਗਾ ਆਪਣੇ ਕੋਲ, ਇੱਥੋਂ ਆਪਾਂ ਫਾਸਲਾ ਆਪਣੇ ਆਪ ਬਣਾ ਲੈਂਦੇ ਹਾਂ। 0 ਹੋ ਗਿਆ, 5 ਕਿਲੋਮੀਟਰ ਹੋ ਗਿਆ, ਆ 10 ਹੋ ਗਿਆ, ਆ 15 ਹੋ ਗਿਆ, 20 ਹੋ ਗਿਆ, 25 ਹੋ ਗਿਆ, 30 ਤੱਕ ਆਪਾਂ ਲੈ ਲੈਂਦੇ ਹਾਂ। ਮੰਨ ਲਓ ਕੋਈ ਵਸਤੂ ਜਿਹੜੀ ਹੈਗੀ ਹੈ ਇੱਥੋਂ ਚੱਲਣਾ ਸਟਾਰਟ ਕਰਦੀ ਹੈ, ਉਹ A ਤੇ ਰੁਕਦੀ ਨਹੀਂ ਹੈਗੀ, ਉਹ ਕੀ ਕਰਦੀ ਹੈ ਵਾਪਸ ਆ ਜਾਂਦੀ ਹੈ। ਜਦੋਂ ਵਾਪਸ ਮੁੜਦੀ ਪਹਿਲਾਂ A ਤੱਕ ਜਾਂਦੀ ਹੈ, A ਤੱਕ ਦੀ ਦੂਰੀ ਤੈਅ ਕਰਦੀ ਹੈ, ਫਿਰ ਵਾਪਸ ਆ ਕੇ ਇੱਕ ਪੁਆਇੰਟ ਆਪਾਂ ਹੋਰ ਲੈ ਲੈਂਦੇ ਹਾਂ, ਮੰਨ ਲਓ B ਲੈ ਲਓ, ਤਾਂ ਵਾਪਸ ਜਿਹੜੀ ਮੁੜ ਕੇ ਰਜੇ ਕਿੱਥੇ ਆ ਕੇ ਰੁਕਦੀ ਹੈ, B ਤੇ ਆ ਕੇ ਸਟਾਪ ਕਰਦੀ ਹੈ। ਹੁਣ ਜੇ ਆਪਾਂ ਇਹਦੀ ਦੂਰੀ ਮਾਪਣੀ ਹੈ ਕਿ ਇਹਨੇ ਕੁੱਲ ਕਿੰਨਾ ਰਸਤਾ ਤੈਅ ਕੀਤਾ, ਫਾਸਲਾ ਤੈਅ ਕੀਤਾ, ਉਹ ਹੋਏਗੀ ਸਾਡੀ ਦੂਰੀ। ਦੂਰੀ ਕਿੰਨੀ ਬਣੇਗੀ ਰਜੇ? 30 ਕਿਲੋਮੀਟਰ ਹੁਣ ਇੱਧਰ ਨੂੰ ਗਈ, 30 ਤੋਂ ਬਾਅਦ ਫਿਰ ਕੀ ਹੋਇਆ 5 ਤੇ 5, ਇਹ 5ਵੇਂ ਦੀ ਗੈਪ ਤੇ ਆਪਾਂ ਲਏ ਆ, 5-5 ਕਿਲੋਮੀਟਰ ਦੇ ਪੁਆਇੰਟਸ ਲਗਾਏ ਆ, ਤਾਂ 10 ਕਿਲੋਮੀਟਰ ਹੋਰ ਤੈਅ ਕਰ ਲਈ। 30 ਇੱਧਰ ਹੋ ਗਈ, 5 ਤੇ 5 10 ਇੱਧਰ ਹੋ ਗਈ, 30 + 10 ਕਿੰਨੇ ਕਿਲੋਮੀਟਰ ਟੋਟਲ ਹੋ ਗਿਆ? 40 ਕਿਲੋਮੀਟਰ ਦੀ ਦੂਰੀ ਉਹਨੇ ਤੈਅ ਕਰ ਲਈ। ਪਰ ਜੇ ਆਪਾਂ ਵਿਸਥਾਪਨ ਨੋਟ ਕਰਨਾ ਉਹ ਸਿਰਫ ਇਹ ਨੋਟ ਹੋਏਗਾ ਕਿ ਸਟਾਰਟ ਕਿੱਥੋਂ ਕੀਤਾ ਤੇ ਐਂਡ ਕਿੱਥੋਂ ਕੀਤਾ, ਯਾਨੀ ਸ਼ੁਰੂ ਤੇ ਐਂਡ ਵਾਲਾ ਜਿਹੜਾ ਫਾਸਲਾ ਹੋਏਗਾ ਉਹ ਕੀ ਹੋਏਗਾ ਰਾਜੇ? ਵਿਸਥਾਪਨ। ਹੁਣ ਜੇ ਆਪਾਂ ਸ਼ੁਰੂ ਤੇ ਐਂਡ ਦੇਖੀਏ, ਫਿਰ 0 ਤੋਂ ਸਟਾਰਟ ਕੀਤੀ ਚੱਲਣੀ ਚੀਜ਼ B ਤੇ ਆ ਕੇ ਰੁਕ ਗਈ, ਉਹ ਤਾਂ ਸਿਰਫ ਕਿੰਨੇ ਕਿਲੋਮੀਟਰ ਨਜ਼ਰ ਆਇਆ ਆਪਾਂ ਨੂੰ?
किलोमीटर। सो इत्थों आपां नूं फर्क पता लगदा कि जे असीं दूरी मापनी है तो टोटल फासला मापना हुंदा, लेकिन विस्थापन मापना है फिर असीं स्टार्ट वाले पॉइंट तो लैके एंड वाले पॉइंट तक दा जिहड़ा फासला सिर्फ वही नोट करना। इहनूं समझण लई तुसीं एक जनरल जी एग्जाम्पल लो। मान लो आपां की करदे हां, विस्थापन जीरो भी हो सकदा, ये भी साडे लई हैरानी दी गल है। मान लो आपां स्कूल तो घर जिहड़ा हैगा ना, घर स्कूल तो घर जा रहे हैं और स्कूल तो पहला आपां घर तो स्कूल आए फिर स्कूल तो घर गए। मान लो तुहाडा घर जिहड़ा हैगा स्कूल तो 5 किलोमीटर दूर आ, ठीक है। 5 किलोमीटर का फासला तुसीं पहलां आउण लई तय कीता, 5 दा जाण लई कीता, टोटल दूरी कितनी तय कर लई 10 किलोमीटर। ਉਹ ਕੀ बन जूगी रजे, दूरी बन जूगी। लेकिन अगर इसे ਨੂੰ ਆਪਾਂ ਕਹੀਏ ਕਿ ਵਿਸਥਾਪਨ ਕਿੰਨਾ ਕੀਤਾ ਤੁਸੀਂ, ਹੁਣ ਸ਼ੁਰੂ ਤੁਸੀਂ ਘਰ ਤੋਂ ਹੋਏ, ਸਕੂਲ ਰੁਕੇ ਨਹੀਂ ਹੈਗੇ, ਵਾਪਸ ਫੇਰ ਤੁਸੀਂ ਘਰ ਹੀ ਆ ਗਏ ਆ। ਇਹਦਾ ਮਤਲਬ ਸ਼ੁਰੂ ਵੀ ਤੁਸੀਂ ਘਰ ਤੋਂ ਕੀਤਾ, ਐਂਡ ਵੀ ਤੁਸੀਂ ਘਰ ਤੇ ਹੀ ਕਰਤਾ। ਸੋ ਸ਼ੁਰੂ ਦਾ ਪੁਆਇੰਟ ਤੇ ਐਂਡ ਦਾ ਪੁਆਇੰਟ ਘਰ 'ਚ ਹੀ ਆ ਗਿਆ ਤਾਂ 0 ਕਿਲੋਮੀਟਰ। ਇਹਦਾ ਮਤਲਬ ਵਿਸਥਾਪਨ ਕਿੰਨਾ ਸ਼ੋ ਹੋ ਰਿਹਾ ਇਸ ਵਕਤ, 0 ਸ਼ੋ ਹੋ ਰਿਹਾ। ਕਹਿਣ ਦਾ ਮਤਲਬ ਵਿਸਥਾਪਨ ਤੇ ਦੂਰੀ ਦੇ ਵਿੱਚ ਆਪਾਂ ਜਿਹੜਾ ਹੈਗਾ डिफरेंस ध्यान रखना कि जिहड़ा दूरी हैगी आ वो टोटल डिस्टेंस है, टोटल किन्ने किलोमीटर जिहड़ी है चीज़ चलती है। ये नहीं डिपेंड करना हैगा कि किहड़े रस्ते चलती है, वो सारे रस्ते काउंट करने पैणगे। मान लो असी एक जगह तो दूजी जगह जाने लई 2 गलियां बदल के जाने पर पहुँचते उत्थे ही हाँ, तां भी 2 गलियां का फासला सानू लैना पएगा। ਉਹ ਕੀ बन जाएगी रजे, दूरी। पर विस्थापन ਦੇ ਵਿੱਚ ਉਹ एक्स्ट्रा डिस्टेंस काउंट नहीं होएगा, वो सिर्फ शुरू ਦਾ ਤੇ एंड वाला डिस्टेंस मापिਆ जाएगा कि कितना तय किया। वो की बन जाता वस्तु का विस्थापन बन जाता। विस्थापन 0 भी हो सकता है लेकिन दूरी 0 नहीं हो सकती। ਜਦੋਂ ਸਾਨੂੰ दूरी रजे पता लग जाती है उस तो बाद चाल पता लगनी बहुत जरूरी होंगी है। चाल बराबर होंगी है दूरी बटा समा। हुण चाल तो स्पीड नूं कहंदे इंग्लिश दे विच अपने कोल स्पीड। ਹੁਣ ਸਪੀਡ ਦਾ ਪਤਾ ਹੋਣਾ ਕਿੱਦਾਂ ਜ਼ਰੂਰੀ ਹੈ, ਕਿਉਂਕਿ ਜਦੋਂ ਅਸੀਂ ਕੋਈ ਦੂਰੀ ਤੈਅ ਕਰਦੇ ਹਾਂ ਨਾ, ਕੋਈ ਬੰਦਾ ਉਸ ਦੂਰੀ ਨੂੰ ਜਲਦੀ ਤੈਅ ਕਰ ਲੈਂਦਾ, ਕੋਈ ਲੇਟ ਵੀ ਤੈਅ ਕਰਦਾ, ਤਾਂ ਉਹਦੀ ਸਪੀਡ ਆਪਾਂ ਕਹਿੰਦੇ ਕਿ ਇਹਦੀ ਸਪੀਡ ਤੇਜ਼ ਆ, ਜਿਹੜਾ ਜਲਦੀ ਪਹੁੰਚ ਗਿਆ। ਜਿਹੜਾ ਲੇਟ ਪਹੁੰਚਿਆ ਉਹਦੀ ਸਪੀਡ ਕੀ ਹੈ ਜੇ ਘੱਟ ਜਾਂਦੀ ਹੈ। ਸੋ ਸਪੀਡ ਦਾ ਜਿਹੜਾ ਹੈਗਾ ਆਪਾਂ ਨੂੰ ਜਦੋਂ ਦੂਰੀ ਪਤਾ ਲੱਗਦੀ ਹੈ ਤਾਂ ਉਹਨੂੰ ਸਮੇਂ ਨਾਲ ਰਿਲੇਟ ਕਰਕੇ ਦੂਰੀ ਨੂੰ ਬਟੇ ਸਮਾਂ ਜਦੋਂ ਅਸੀਂ ਕਰਾਂਗੇ ਤਾਂ ਉੱਥੋਂ ਸਾਨੂੰ ਸਪੀਡ ਪਤਾ ਲੱਗ ਸਕਦੀ ਹੈ, ਯਾਨੀ ਚਾਲ ਪਤਾ ਲੱਗਦੀ ਹੈ। ਮੰਨ ਲਓ ਹੁਣ ਕੋਈ ਕਾਰ ਹੈ, ਉਹ ਇੱਕ ਡਿਸਟੈਂਸ ਨੂੰ ਜਿਹੜਾ ਹੈਗਾ मान लो 10 किलोमीटर वो चलती है। एक कार 10 किलोमीटर चलने लई 10 मिनट का समा लै रही है, लेकिन दूसरी कार उसे 10 किलोमीटर चलने लई अद्धे घंटे का समा लै रही है। तो असीं यही कहांगे कि दोनों की चाल च फर्क है। हो सकता है कि जिन्हें घट टाइम लिया वो प्लेन रस्ते तो गया, जिन्हें ज़्यादा टाइम लग गया हो सकता वो रस्ता खराब हो, यानी रीजन कोई भी हो सकता है, लेकिन स्पीड डिफरेंट हो गई गड्डियां दी। एक स्पीड जी अपने एक गड्डी जी तेज़ स्पीड से आई, एक जी घट स्पीड से आई। सो इनू असीं बोलते हैं चाल। औसत चाल जी होंगी है, एवरेज चाल जी होंगी है, वो असीं नोट करते हैं। एवरेज चाल का मतलब ये आ कि मान लो एक जी है कार है, अपनी जगह तो चलना स्टार्ट की, उत्थे काफ़ी सड़क अच्छी सी, प्लेन सी, तो बड़ी स्पीड से चली गई। कुछ दूर जाके फिर वो रस्ता खराब आ गया, उस तो बाद उसकी स्पीड घट गई, फिर अगे जाके साफ आ गया, फिर तेज हो गई। यानी कुल मिला के फिर आप ऐदा नहीं काउंट कर सकते भी किहड़े वेले स्पीड किन्नी सीगी, किहड़े वेले किन्नी। उहदी बजाय आप औसत चाल कैलकुलेट कर लैंदे आ कि टोटल कार नूं एंड तक पहुंचण लई जिथे उन्हें जाना सी उहनूं किन्ना समा लगा, किन्ना फासला सी, किन्ने समय 'च उन्हें तय किया। उतों सानूं उहदी की पता लगेगी, चाल पता लगेगी। ठीक है जी। चाल दे विच किसी दिशा की लोड़ नहीं होंदी। जदों असीं चाल मेजर करते हैं तो किसी भी डायरैक्शन दे विच जिहड़ी आ ओह मेजर हो सकती है। उहदे लई यानी वो एक अदिश राशि है, उस दिशा की जरूरत नहीं हैगी। हुण जे आपां चाल का यूनिट लिखना होवे तां किदां लिख सकते हैं? दूरी नूं जी आपां काहदे च माप सकते हैं? मीटर च माप सकते हैं, किलोमीटर च माप सकते हैं। टाइम नूं काहदे च मापते हैं आपां? सैकेंड दे विच। तां मीटर प्रति सैकेंड जिहड़ा होएगा ना, मीटर प्रति सैकेंड आपां इदां भी लिख सकते हैं। मीटर आपां सैकेंड नूं उपर लिखना होवे -1 पा के भी लिख सकते हैं। नीचे वाली चीज़ जिहड़ी ओह जदों उपर जांदी है ओह नेगेटिव हो जाती है। सो मीटर प्रति सैकेंड जिहड़ा इहदा यूनिट हुंदा जिहदे नाल आपां चाल कैलकुलेट कर सकते हैं। हुण चाल दे नाल आपां नूं नवीं चीज़ जिहड़ी पता होनी जरूरी है ओह वेग हैगा। वेग ने जी क्यों पता होना जरूरी है? क्योंकि वेग जिहड़ा हैगा ये भी एक तरह की स्पीड होंदी है, लेकिन एक पर्टिकुलर डायरैक्शन दे विच होएगी, दिशा दे विच होएगी। इहदे विच जदों आपां दिशा नूं नाल लवांगे, डायरैक्शन नूं नोट करांगे, वो साडा की बन जांदा, वो वेग बन जांदा है। वेग जिहड़ा हैगा अपने कोल यानी कि डायरैक्शन दे नाल ही काउंट किया जाएगा। ठीक है, इनू वेलोसिटी कहते हैं। सो स्पीड ते वेलोसिटी दे विच जिहड़ा अपने कोल डिफरेंस आ जाएगा। ठीक है जी। ये होएगी तुहाडे कोल वेलोसिटी जिहड़ी आपां कैलकुलेट करांगे। ठीक है, वेलोसिटी का भी फार्मूला अपने कोल उही रहेगा, अपने कोल
डिस्टेंस ओवर टाइम ਦੇ ਨਾਲ ਹੀ ਇਹ ਕੈਲਕੂਲੇਟ ਕੀਤੀ ਜਾਊਗੀ, ਯਾਨੀ ਦੂਰੀ ਬਟਾ ਸਮਾਂ ਦੇ ਨਾਲ ਹੀ ਆਪਾਂ ਇਹਨੂੰ ਮੈਜ਼ਰ ਕਰਾਂਗੇ। ਬਸ ਇਹ ਫਰਕ ਯਾਦ ਰੱਖਣਾ ਹੈ ਕਿ ਇਹ ਜਿਹੜੀ ਹੋਏਗੀ ਇੱਕ ਸदिश ਰਾਸ਼ੀ ਹੈ ਜਿਹਦੇ 'ਚ ਡਾਇਰੈਕਸ਼ਨ ਵੀ ਲੈਣੀ ਪੈਣੀ ਕਿ ਕਿਸ ਦਿਸ਼ਾ ਦੇ ਵਿੱਚ ਜਿਹੜੀ ਹੈਗੀ ਆ ਉਹ ਵੇਗ ਅਸੀਂ ਕਾਊਂਟ ਕਰ ਰਹੇ ਹਾਂ, ਕਿਸ ਦਿਸ਼ਾ 'ਚ ਚੀਜ਼ ਜਾ ਰਹੀ ਹੈਗੀ ਆ, ਉਸ ਦਿਸ਼ਾ ਦੇ ਵਿੱਚ ਉਹਨੂੰ ਆਪਾਂ ਨੇ ਜਿਹੜਾ ਹੈਗਾ ਪਲੱਸ ਜਾਂ ਮਾਈਨਸ ਕਰਨਾ ਹੈ। ਲੇਕਿਨ ਚਾਲ ਦੇ ਵਿੱਚ ਜਿਹੜਾ ਹੈਗਾ ਆਪਾਂ ਨੂੰ ਦਿਸ਼ਾ ਦੀ ਜ਼ਰੂਰਤ ਨਹੀਂ ਹੁੰਦੀ। ਸੋ ਇਹ ਹੈ ਵੇਗ, ਇਹਨੂੰ ਤੁਸੀਂ v ਦੇ ਨਾਲ ਲਿਖ ਸਕਦੇ ਹੋ। ਠੀਕ ਹੈ ਨਾ ਜੀ। ਇਹ ਮਤਲਬ ਜਿਹੜੀਆਂ ਹੈਗੀਆਂ ਨਾ ਆਪਣੇ ਕੋਲ ਇਹ ਕੁਆਂਟੀਟੀਜ਼ ਨੂੰ ਆਪਾਂ ਸਿੰਬਲ ਦੇਣੇ ਆ ਜਿਹਦੇ ਨਾਲ, ਜਿਹਦਾ ਟਾਈਮ ਨੂੰ t ਨਾਲ ਲਿਖ ਸਕਦੇ ਆ, ਹੈ ਨਾ। ਸਪੀਡ ਨੂੰ ਤੁਸੀਂ ਜਿਹੜਾ ਹੈਗਾ ਡਿਸਟੈਂਸ ਜਿਹੜਾ ਹੈਗਾ d ਨਾਲ ਲਿਖਦੇ ਆ, ਟਾਈਮ t ਦੇ ਨਾਲ ਲਿਖਦੇ ਆ, ਸਪੀਡ ਜਿਹੜੀ ਆਪਾਂ s ਨਾਲ ਲਿਖ ਸਕਦੇ ਆ, ਔਰ ਵੈਲੋਸਿਟੀ ਜਿਹੜੀ ਆਪਾਂ v ਦੇ ਨਾਲ ਸ਼ੋ ਕਰਨੀ ਹੁੰਦੀ ਹੈ। ਠੀਕ ਹੈ ਨਾ ਜੀ। ਉਸ ਤੋਂ ਬਾਅਦ ਜਿਹੜਾ ਹੈਗਾ ਆਪਣੇ ਕੋਲ ਅੱਗੇ ਚੀਜ਼ ਸਮਝਣ ਵਾਲੀ ਥੋੜੀ ਨੂਮੈਰੀਕਲਸ ਰਾਹੀਂ ਆਪਾਂ ਇਹਨੂੰ ਜ਼ਿਆਦਾ ਕਲੀਅਰ ਕਰ ਸਕਦੇ ਆ। ਨੂਮੈਰੀਕਲ ਦੇ ਨਾਲ ਜਦੋਂ ਆਪਾਂ ਕਲੀਅਰ ਕਰਨੀ ਹੈ ਰਾਜੇ ਔਸਤ ਵੇਗ, ਔਸਤ ਚਾਲ ਦੀ ਕੈਲਕੂਲੇਸ਼ਨ ਕਰ ਸਕਦੇ ਆ ਆਪਾਂ ਵਿਦ ਨੂਮੈਰੀਕਲ, ਤਾਂ ਆਪਾਂ ਨੂੰ ਜ਼ਿਆਦਾ ਕਲੀਅਰ ਹੋਏਗਾ ਕਿ ਫਾਰਮੂਲੇ ਅਸੀਂ ਕਿੱਦਾਂ ਲਗਾ ਸਕਦੇ ਆ। ਸੋ ਔਸਤ ਵੇਗ ਜਿਹੜਾ ਆਪਾਂ ਕੈਲਕੂਲੇਟ ਕਰ ਸਕਦੇ ਆ, ਇਹ ਵੀ ਆਪਾਂ ਇਹ ਕਿ ਸ਼ੁਰੂ ਦੇ ਵਿੱਚ ਮੰਨ ਲਓ ਸਪੀਡ ਕੁਝ ਹੋਰ ਹੈ, ਬਾਅਦ 'ਚ ਕੁਝ ਹੋਰ ਹੈ, ਔਸਤ ਵੇਗ ਦੇ ਵਿੱਚ ਵੀ ਆਪਾਂ ਉਹਨਾਂ ਨੂੰ ਦੋਨੋਂ ਨੂੰ ਜੋੜ ਕਰਾਂਗੇ, ਫਿਰ ਉਹਨੂੰ ਆਪਾਂ ਟਾਈਮ ਨਾਲ ਡਿਵਾਈਡ ਕਰ ਦਾਂਗੇ। ਇਹ ਆਪਾਂ ਨੂਮੈਰੀਕਲ ਰਾਹੀਂ ਕਰਾਂਗੇ ਨਾ, ਤਾਂ ਉਹਨੂੰ ਜ਼ਿਆਦਾ ਕਲੀਅਰਲੀ ਜਿਹੜਾ ਸਮਝ ਆਏਗਾ। ਹੁਣ ਮੈਂ ਨੂਮੈਰੀਕਲ ਦੀ ਸਟੇਟਮੈਂਟ ਬੋਲੂੰਗੀ, ਇਹਨੂੰ ਤੁਸੀਂ ਅੱਛੀ ਤਰ੍ਹਾਂ ਸਮਝਣਾ ਔਰ ਨਾਲ ਜਿਹੜਾ ਹੈਗਾ ਨਾ ਆਪਣੀ ਕਾਪੀ ਤੇ ਰਜੇ ਕਰ ਕਰਕੇ ਦੇਖੀ ਜਾਣਾ ਆ ਕਿ ਤੁਹਾਨੂੰ ਜਿਹੜਾ ਹੈ ਨਾਲ ਪਤਾ ਲੱਗ ਜੇ। ਸੋ ਨੂਮੈਰੀਕਲ ਆਪਣੇ ਕੋਲ ਜਿਹੜਾ ਆਂਦਾ ਫਸਟ ਆਪਣੇ ਕੋਲ ਨੂਮੈਰੀਕਲ ਹੈਗਾ ਕੱਢਣ ਦੇ ਲਈ, ਉਹ ਹੈਗਾ ਇੱਕ ਵਸਤੂ 16 ਮੀਟਰ ਦੀ ਦੂਰੀ 4 ਸਕਿੰਟ ਦੁਬਾਰਾ ਪਹਿਲਾਂ 4 ਸਕਿੰਟ ਵਿੱਚ ਫਿਰ 16 ਕਿਲੋਮੀਟਰ ਦੀ ਦੂਰੀ 2 ਸਕਿੰਟ ਵਿੱਚ ਤੈਅ ਕਰਦੀ ਹੈ, ਉਹਦੀ ਔਸਤ ਚਾਲ ਪਤਾ ਕਰੋ। ਇੱਕ ਵਸਤੂ ਪਹਿਲੀ ਦੂਰੀ ਰਜੇ ਹੈਗੀ ਹੈ ਜਿਹੜੀ ਡਿਸਟੈਂਸ ਹੈਗਾ 16 ਕਿਲੋਮੀਟਰ ਦਾ, ਇਹਨੂੰ ਤੈਅ ਕਰਨ ਦੇ ਲਈ ਉਹ ਕਿੰਨੇ ਸਕਿੰਟ ਦਾ ਸਮਾਂ ਲੈਂਦੀ ਹੈ, ਟਾਈਮ ਟੀ ਨਾਲ ਵੀ ਤੁਸੀਂ ਲਿਖਦੇ ਹੋ 4 ਸੈਕਿੰਡ। ਫਿਰ ਉਹ ਦੁਬਾਰਾ ਉਸ ਤੋਂ ਅੱਗੇ ਫਿਰ ਚੱਲਣਾ ਸ਼ੁਰੂ ਕਰਦੀ ਹੈ, 16 ਕਿਲੋਮੀਟਰ ਫਿਰ ਤੁਰਦੀ ਆ। ਹੁਣ ਜਿਹੜਾ ਉਹਨੂੰ ਟਾਈਮ ਲੱਗਦਾ ਚੱਲਣ ਲਈ 2 ਸੈਕਿੰਡ ਲੱਗ ਰਿਹਾ। ਹੁਣ ਉਹ ਕਹਿੰਦਾ ਕਿ ਆਪਾਂ ਨੂੰ ਔਸਤ ਚਾਲ ਦੱਸੋ ਵੀ ਕਿੰਨੀ ਸਪੀਡ ਤੇ ਜਾ ਰਹੀ ਹੈ। ਔਸਤ ਚਾਲ ਜਦੋਂ ਤੁਸੀਂ ਫਾਰਮੂਲਾ ਲਗਾਣਾ, ਔਸਤ ਮੈਨੇ ਐਵਰੇਜ ਦੱਸਣੀ ਹੈ, ਤੁਸੀਂ ਟੋਟਲ ਕਿੰਨੀ ਹੈ ਐਵਰੇਜ ਕੱਢਣੀ ਹੈ, ਚਾਲ ਕੱਢਣੀ ਹੈ, ਫਾਰਮੂਲਾ ਲਗਾਓਗੇ ਤੁਸੀਂ ਦੂਰੀ ਬਟਾ ਸਮਾਂ, ਇਹ ਟੋਟਲ ਕੱਢਣੀ ਹੈ। ਟੋਟਲ ਕਿੰਨੀ ਦੂਰੀ, ਕਿੰਨਾ ਟਾਈਮ ਲਗਾ। ਹੁਣ ਟੋਟਲ ਦੂਰੀ ਰਜੇ ਦੇਖੋ ਕਿੰਨੀ ਹੈ, 16 ਇੱਕ ਵਾਰੀ 16 ਇੱਕ ਵਾਰੀ ਕਿੰਨੀ ਹੋ ਗਈ, 32 ਹੋ ਗਈ, डिवाइडेड बाय समा देखो पहला 4 सेकंड लगे फिर 2 लगे, टोटल कितने लगे 6 सेकंड लगे। तो ये तुहाडे पॉइंटां दे विच आंसर आ जाएगा क्योंकि कटोगी नहीं ना रकम। 5.33 आ वैल्यू आ जाएगी 5.33 मीटर पर सेकंड। सो ये आंसर आ जाएगा तुहाडे कोल, ये निकल जाएगी औसत चाल। देखो कुछ भी नहीं किया आपां ने, सिर्फ आपां दूरी नूं समय दे नाल डिवाइड करके चाल कढ ली। सो छोटे छोटे सवाल इदां दे आंदे आ पेपर दे विच, ओह छड्डने नहीं हुंदे, ये आपां सिੱਖਣੇ आ करने ताकि अपना जिहड़ा आंसर हैगा ना वो असीं सही तरीके दे रजे कर सकीए। ठीक है, होर मैं इहदे नाल दा तुहानूं न्यूमेरिकल दसदी हां, अगला आपां करिए। नैक्सट हैगा अपने कोल रकम, बड़े इंटरेस्टिंग सवाल है इहदे विच। यात्रा शुरू करनी सी, ਜਦੋਂ यात्रा शुरू करनी सी कार ਦਾ ओडोमीटर ਜਿਹੜਾ रीडिंग ਦੱਸਦਾ ਵੀ ਕਿੰਨੇ ਕਿਲੋਮੀਟਰ ਕਾਰ ਪਹਿਲਾਂ ਚੱਲੀ ਹੋਈ ਆ, ਉਹ 2000 ਕਿਲੋਮੀਟਰ ਦਿਖਾਉਂਦਾ ਸੀਗਾ। ਇਹਦਾ ਮਤਲਬ ਸ਼ੁਰੂ ਦੇ ਵਿੱਚ ਜਿਹੜੀ ਰੀਡਿੰਗ ਆ ਰਹੀ ਸੀ ਆਪਣੇ ਕੋਲ ਦੂਰੀ ਦੀ, ਵੀ ਕਾਰ ਨੇ ਕਿੰਨੀ ਦੂਰੀ ਪਹਿਲਾਂ ਤੈਅ ਕੀਤੀ ਹੋਈ ਆ, ਉਹ ਰੀਡਿੰਗ ਆਪਣੇ ਕੋਲ ਸ਼ੋ ਹੋ ਰਹੀ ਹੈ 2000 ਕਿਲੋਮੀਟਰ ਕਾਰ ਦਾ ओडोमीटर ਇਹ ਰੀਡਿੰਗ ਦੇ ਰਿਹਾ ਆ। ਇਹ ਯਾਤਰਾ ਦੀ ਸਮਾਪਤੀ ਹੋਈ ਜਦੋਂ, फिर कार ते रीडिंग आई जो आप पहुँच गए, ये आई 2400 किलोमीटर। इसका मतलब कितने किलोमीटर कार चल पई 400 किलोमीटर। ये सारे समझ आ गया होना। जेकर इस यात्रा नूं 8 घंटे लगे हों, टाइम कितना लग रहा है जी 8 आवर्स लग रहे हैं, 8 घंटे लग रहे हैं, तो आपां ने की करना, इसकी चाल पता करनी है, 2 यूनिट दे विच करनी है, किलोमीटर प्रति घंटा च भी करनी है और मीटर पर सेकेंड च कन्वर्ट भी करनी है। सो पहला आप चाल का जी फार्मूला लगावांगे, चाल बराबर दूरी बटा समा। हुण देखो दूरी कितनी है, दूरी रजी कितनी तय की आप आपे ही देख लिया, 2000 तो गड्डी चली, 2400 रीडिंग दे रही है, किन्ने किलोमीटर तय की है 400 किलोमीटर नूं तय करने लई किन्ने घंटे लगे आ, 8 घंटे लगे आ। अगर आप घंटिया च ही समा ले लांगे, किलोमीटर च दूरी लवांगे, तो पहले यूनिट च आंसर आ जाएगा अपने कोल। आ कट गया अपने को 50 आ गया ना, तो 50 के पीछे तुसी की लिखोगे किलोमीटर प्रति घंटा।
ਘੰਟਾ ਦੀ ਚਾਲ ਦੇ ਨਾਲ ਫਿਰ ਇੰਨੇ ਕਿਲੋਮੀਟਰ ਇੰਨੇ ਘੰਟਿਆਂ ਦੀ 1 ਘੰਟੇ 'ਚ ਯਾਨੀ 50 ਕਿਲੋਮੀਟਰ ਗੱਡੀ ਦੀ ਜਿਹੜੀ ਔਸਤ ਚਾਲ ਚੱਲ ਰਹੀ ਹੈ। ਹੁਣ ਆ ਗਿਆ ਵੀ ਇਹਨੂੰ ਤੁਸੀਂ ਕਨਵਰਟ ਕਰੋ। ਹੁਣ ਆਪਾਂ 50 ਲੈ ਲੈਂਦੇ ਆ, ਉੱਪਰ ਜੇ ਕੀ ਆ ਆਪਣੇ ਕੋਲ ਕਿਲੋਮੀਟਰ, ਨੀਚੇ ਕੀ ਆ ਆਪਣੇ ਕੋਲ ਘੰਟਾ। ਆਪਾਂ ਉਹਨਾਂ ਨੂੰ ਕਿੱਦਾਂ ਬਦਲਾਂਗੇ? ਬਦਲਣਾ ਕੁਛ ਨਹੀਂ, ਬਸ ਕਿਲੋਮੀਟਰ ਦੇ ਮੀਟਰ ਬਣਾ ਦਾਂਗੇ। 50 ਨੂੰ ਆਪਾਂ ਕਿੰਨੇ ਨਾਲ, ਕਿਲੋਮੀਟਰ 'ਚ ਮੀਟਰ ਕਿੰਨੇ ਹੁੰਦੇ, 1000 ਨਾਲ ਡਿਵਾਈਡ ਗੁਣਾ ਕਰ ਦਾਂਗੇ। ਘੰਟੇ ਦੇ ਵਿੱਚ ਆਪਾਂ ਕੀ ਕਰਾਂਗੇ, 60 ਮਿੰਟ ਹੁੰਦੇ, ਪਹਿਲਾਂ ਮਿੰਟ ਬਣਾਵਾਂਗੇ, 60 ਕੀ ਹੁੰਦੇ ਆ ਸਕਿੰਟ, ਜਾਂ 3600 ਨਾਲ ਡਿਵਾਈਡ ਕਰ ਦਾਂਗੇ। ਫਿਰ ਇਹਨੂੰ ਅਸੀਂ ਕੱਟ ਦਾਂਗੇ ਔਰ ਇਹਦੇ ਵਿੱਚ ਆਨਸਰ ਸਾਡਾ ਜਿਹੜਾ ਨਿਕਲਦਾ ਆ ਕੱਟ ਕੇ 13.9 ਆ ਜਾਏਗਾ। ਤੁਸੀਂ ਖੁਦ ਕੈਲਕੂਲੇਸ਼ਨ ਕਰਕੇ ਦੇਖ ਲਿਓ ਕਿ ਤੁਹਾਡਾ ਨਿਕਲਦਾ ਕਿ ਨਹੀਂ। ਇਹ ਮੀਟਰ ਪ੍ਰਤੀ ਸੈਕਿੰਡ 'ਚ ਆ ਜਾਏਗੀ। ਚੱਲ ਸੋ ਜੇ ਆਪਾਂ ਨੂੰ ਬਦਲਣਾ ਜੇ ਕੋਈ ਔਖਾ ਨਹੀਂ ਹੈਗਾ, ਕਿਲੋਮੀਟਰ ਦੇ ਮੀਟਰ ਬਣਾ ਲਓ, 1000 ਨਾਲ ਗੁਣਾ ਕਰ ਲਓ, ਘੰਟੇ ਨੂੰ ਤੁਸੀਂ ਸਕਿੰਟ ਬਣਾਉਂਦੇ ਹੋ, ਉਹ ਬਣਾ ਕੇ ਤੁਹਾਡਾ ਯੂਨਿਟ ਚੇਂਜ ਹੋ ਜਾਏਗਾ। ਹੁਣ ਇਹ ਦੂਰੀ ਆਪਾਂ ਕਿਲੋਮੀਟਰ ਪ੍ਰਤੀ ਘੰਟੇ 'ਚ ਮਾਪੀ, ਇਹੀ ਆਪਣੇ ਕੋਲ ਚਾਲ ਜਿਹੜੀ ਆ ਗਈ ਆ ਉਹ ਆਪਣੇ ਕੋਲ ਮੀਟਰ ਪ੍ਰਤੀ ਸੈਕਿੰਡ 'ਚ ਆ ਗਈ ਵੀ 1 ਸਕਿੰਟ 'ਚ ਇੰਨੇ ਮੀਟਰ ਚੱਲਦੀ ਗੱਡੀ। ਸੋ ਇਹ ਯੂਨਿਟ ਜਿਹੜੇ ਇਹ ਵੀ ਸਿੱਖ ਲੈਣੇ ਆ ਤੁਸੀਂ ਬਦਲਨੇ, ਤਾਂ ਇਹਦੇ ਨਾਲ ਆਪਾਂ ਸਵਾਲ ਜਿਹੜਾ ਕੱਢ ਸਕਦੇ ਹਾਂ। ਨੈਕਸਟ ਕੁਐਸਚਨ ਇੱਕ ਹੋਰ ਵਧੀਆ ਹੈਗਾ ਤੁਹਾਡੇ ਕੋਲ, ਇਹ ਵਾਲਾ ਤੁਸੀਂ ਸਕਰੀਨਸ਼ਾਟ ਵੀ ਲੈ ਸਕਦੇ ਆ, ਨਹੀਂ ਤਾਂ ਜਿਹੜੀ ਤੁਹਾਡੀ NCERT ਦੀ ਬੁੱਕ ਹੈ ਨਾ, ਮੈਂ ਉਹਦੇ ਵਿੱਚੋਂ ਤੁਹਾਨੂੰ ਸਵਾਲ ਦੱਸ ਰਹੀ ਹਾਂ ਕਿਉਂਕਿ ਅੱਜ ਦੇ ਚੈਪਟਰ 'ਚ ਆਪਣੇ ਮੇਨ ਕੁਐਸਚਨਸ ਕਰਨ ਵਾਲੇ ਆ। ਸੋ ਇਹ ਕੁਐਸਚਨ ਜਿਹੜੇ ਕੱਢਣੇ ਸਿੱਖਣੇ ਆ ਤੁਸੀਂ, ਸਵਾਲ ਇਹ ਰਫ ਕਾਪੀ ਤੇ ਮੈਨੂੰ ਕਰਕੇ ਦਿਖਾਣੇ ਆ ਤੁਸੀਂ। ਇਹ ਬੁੱਕ 'ਚ ਹੈਗੇ ਤੁਹਾਡੀ ਸਾਰੀ, ਉਹੀ ਵਾਲੇ ਕਰਵਾਏ ਆ ਮੈਂ। ਨੈਕਸਟ ਹੈਗਾ ਆਪਣੇ ਕੋਲ ਇੱਕ ਹੋਰ ਇੰਟਰਸਟਿੰਗ ਸਵਾਲ ਹੈਗਾ। ਅੱਜ ਆਪਾਂ ਅੱਧਾ ਚੈਪਟਰ ਅੱਜ ਕਰਨਾ, ਅੱਧਾ ਕੱਲ ਕਰਾਂਗੇ ਤਾਂ ਕਿ ਮਿਕਸਿੰਗ ਨਾ ਹੋਵੇ, ਤੁਹਾਡੀ ਸਮਝ ਆ ਜਾਵੇ। ਊਸ਼ਾ ਹੈਗੀ ਕੋਈ ਕੁੜੀ ਜਿਹੜੀ 90 ਮੀਟਰ ਲੰਬੇ ਤਲਾਅ 'ਚ ਤੈਰਦੀ ਆ। ਹੁਣ ਤਲਾਅ ਦੇ ਵਿੱਚ ਜਿਹੜਾ ਡਿਸਟੈਂਸ ਹੈਗਾ, ਜਦੋਂ ਮੀਟਰ ਕਿਲੋਮੀਟਰ 'ਚ ਚੀਜ਼ ਦਿੱਤੀ ਨਾ, ਦੂਰੀ ਦਿੱਤੀ ਹੁੰਦੀ ਆ, ਉਹ 90 ਮੀਟਰ ਜਾਨੀ ਲੰਬਾ ਜਿਹੜਾ ਹੈਗਾ ਨਾ ਤਲਾਅ ਹੈਗਾ, ਇਹ 'ਚ ਤੈਰਦੀ ਆ। ਇੱਕ ਸਿਰੇ ਤੋਂ ਤੈਰਨਾ ਸ਼ੁਰੂ ਕਰਦੀ ਆ ਤੇ ਵਾਪਸ ਆ ਜਾਂਦੀ ਆ। ਮੰਨ ਲਓ ਇੱਕ ਸਿਰੇ ਤੋਂ ਚੱਲਦੀ, ਫਿਰ ਮੁੜ ਕੇ ਕੀ ਆ ਉਸੇ ਸਿਰੇ ਤੇ ਵਾਪਸ ਆ ਜਾਂਦੀ ਹੈ। ਤਾਂ ਇਸ ਦੌਰਾਨ ਕੁੱਲ ਕਿੰਨੀ ਦੂਰੀ ਤੈਅ ਕਰ ਰਹੀ ਹੈ? ਕੁੱਲ ਦੂਰੀ ਫਿਰ ਆਪਾਂ ਆਪੇ ਵੀ ਦੇਖ ਸਕਦੇ ਹਾਂ, ਦਿੱਤੀ ਵੀ ਹੋਈ ਆ 90 ਦਾ ਤਲਾਅ, ਇੱਕ ਵਾਰ 90 ਇੱਧਰ 90 ਇੱਧਰ, ਟੋਟਲ ਕਿੰਨੀ ਹੋ ਗਈ ਰਜੇ? 180 ਮੀਟਰ ਦੀ ਦੂਰੀ ਜਿਹੜੀ ਆ ਉਹ ਤੈਅ ਕਰਦੀ ਆ। ਤਾਂ ਇਹ 1 ਮਿੰਟ ਦਾ ਟਾਈਮ ਲਾਉਂਦੀ ਹੈ ਇਹਨੂੰ ਤੈਅ ਕਰਨ ਨੂੰ, ਤਾਂ ਟਾਈਮ ਕਿੰਨਾ ਹੋ ਗਿਆ ਰਜੇ? 1 ਮਿੰਟ ਲੱਗੂਗਾ। ਇਸ ਤੋਂ ਬਾਅਦ ਹੁਣ ਆਪਾਂ ਕੀ ਕੱਢਣਾ ਆ, ਉਹਦੀ ਔਸਤ ਚਾਲ ਤੇ ਔਸਤ ਵੇਗ ਪਤਾ ਕਰੋ। ਹੁਣ ਦੋ ਚੀਜ਼ਾਂ ਕੱਢਣੀਆਂ, ਪਹਿਲਾਂ ਕੀ ਕੱਢਣਾ ਰਜੇ? ਔਸਤ ਚਾਲ, ਇੱਕ ਕੀ ਕੱਢਣਾ? ਵੇਗ। ਪਹਿਲਾਂ ਚਾਲ ਕੱਢਦੇ ਆ। ਚਾਲ ਬਰਾਬਰ ਤਾਂ ਸਾਰਿਆਂ ਨੂੰ ਹੁਣ ਯਾਦ ਹੋ ਗਿਆ ਨਾ, ਦੂਰੀ ਬਟਾ ਸਮਾਂ, ਭੁੱਲਣਾ ਨਹੀਂ ਫਾਰਮੂਲਾ। ਹੁਣ ਦੂਰੀ ਦੇਖੋ ਕਾਹਦੇ 'ਚ ਹੈ ਤੁਹਾਡੀ, 180 ਮੀਟਰ ਦੀ ਟੋਟਲ ਦੂਰੀ ਆ ਗਈ, ਡਿਵਾਈਡਡ ਬਾਈ ਕਿੰਨਾ ਸਮਾਂ ਲੱਗ ਰਿਹਾ? 1 ਮਿੰਟ ਲੱਗ ਰਿਹਾ। ਜੇ ਤਾਂ ਤੁਸੀਂ ਮਿੰਟ 'ਚ ਹੀ ਸਵਾਲ ਕੱਢਣਾ ਚਾਹੁੰਦੇ ਆ ਫਿਰ ਤਾਂ ਤੁਹਾਡਾ ਇੰਨਾ ਹੀ ਆਨਸਰ ਆ ਗਿਆ। ਜੇ ਤੁਸੀਂ ਹੁਣ ਇਹਨੂੰ ਸਕਿੰਟ ਦੇ ਵਿੱਚ, ਕਿਉਂਕਿ ਜੇ ਆਪਾਂ ਮੀਟਰ ਕੱਢ ਲੈਂਦੇ ਆ ਨਾ ਫਿਰ ਟਾਈਮ ਦਾ ਯੂਨਿਟ ਸਕਿੰਟ ਲਈਦਾ, ਜੇ ਅਸੀਂ ਕਿਲੋਮੀਟਰ ਲੈਂਦੇ ਆ ਫਿਰ ਘੰਟੇ ਲਈਦੇ ਆ। ਹੁਣ ਆਪਾਂ ਇਹਨੂੰ ਸਕਿੰਟ ਬਣਾ ਸਕਦੇ ਆ। 1 ਮਿੰਟ ਦੇ ਵਿੱਚ ਕਿੰਨੇ ਸਕਿੰਟ ਹੁੰਦੇ ਨੇ? ਜੇ ਸਿੱਧੇ ਆਪਾਂ ਇੱਥੇ ਕਿੰਨੇ ਭਰ ਸਕਦੇ ਆ? 60 ਭਰ ਲਓ। ਇਹ ਸਕਿੰਟ 'ਚ ਆਨਸਰ ਆਏਗਾ, ਕੱਟ ਗਿਆ। ਇਹ ਆ ਗਿਆ ਤੁਹਾਡਾ 3, ਪਿੱਛੇ ਮੀਟਰ ਪਾਉਣਾ, ਪ੍ਰਤੀ ਕੀ ਪਾ ਦੇਣਾ? ਸਕਿੰਟ ਪਾ ਦੇਣਾ ਆ। ਠੀਕ ਹੈ, ਸਕਿੰਟ 'ਚ ਨਿਕਲ ਗਿਆ। ਹੁਣ ਆ ਗਿਆ ਔਸਤ ਵੇਗ। ਹੁਣ ਪ੍ਰੋਬਲਮ ਕਿਹਦੀ ਆ ਗਈ? ਵੇਗ ਦੀ। ਵੇਗ ਜਿਹੜਾ ਹੈਗਾ ਰਾਜੇ ਆਪਣੇ ਕੋਲ ਇੱਥੇ ਦੂਰੀ ਦੀ ਬਜਾਏ ਆਪਣੇ ਕੋਲ ਕੀ ਫਾਰਮੂਲੇ 'ਚ ਹੁੰਦਾ? ਵਿਸਥਾਪਨ ਲੈਣਾ ਆਪਾਂ ਨੇ, ਇਹ ਯਾਦ ਰੱਖਣਾ ਆਪਾਂ ਨੇ। ਵੇਗ ਜਿਹੜਾ ਹੈ ਵਿਸਥਾਪਨ ਬਟੇ ਸਮਾਂ, ਔਰ ਚਾਲ ਜਿਹੜੀ ਆ ਦੂਰੀ ਬਟਾ ਸਮਾਂ। ਠੀਕ ਹੈ, ਦੂਰੀ 'ਚ ਆਪਾਂ ਟੋਟਲ ਲੈਣੀ ਆ, ਵਿਸਥਾਪਨ 'ਚ ਆਪਾਂ ਸਿਰਫ ਸ਼ੁਰੂ ਤੋਂ ਲੈ ਕੇ ਐਂਡ ਤੱਕ ਦਾ ਡਿਸਟੈਂਸ ਲੈਣਾ। ਹੁਣ ਸ਼ੁਰੂ ਤੋਂ ਐਂਡ ਤੱਕ ਦਾ ਇਹ ਆ ਵੀ ਉਹ ਤਲਾਅ 'ਚ ਇੱਕ ਸਿਰੇ ਤੋਂ ਗਈ, ਫਿਰ ਇੱਧਰ ਗਈ, ਫਿਰ ਵਾਪਸ ਕੀ ਹੈ ਪਹਿਲੀ ਜਗ੍ਹਾ ਤੇ ਵਾਪਸ ਮੁੜ ਕੇ ਆ ਗਈ। ਹੁਣ ਦੇਖੋ ਵੀ ਫਿਰ ਵਿਸਥਾਪਨ ਕਿੰਨਾ ਹੋਇਆ? ਪਹਿਲੀ ਜਗ੍ਹਾ ਵੀ ਆਹੀ, ਬਾਅਦ ਵਾਲੀ ਵੀ ਕੀ ਹੋ ਗਿਆ? ਐਂਡ ਵਾਲੀ ਵੀ ਇਹੀ ਆ ਗਈ। ਤਾਂ ਵਿਸਥਾਪਨ ਕਿੰਨਾ ਹੋ ਗਿਆ ਰਾਜੇ? 0 ਬਟੇ 60 ਆ ਗਿਆ ਆਪਣੇ ਕੋਲ। ਆਨਸਰ ਕੀ ਆ ਗਿਆ? 0। ਇਹਦਾ ਮਤਲਬ ਵੇਗ ਕੀ ਆ ਗਿਆ? ਉਹਦਾ 0 ਆ ਗਿਆ। ਸੋ ਇੱਥੇ ਆਪਾਂ ਧਿਆਨ ਰੱਖਣਾ ਔਰ ਸਮਝਣ ਵਾਲੀ ਚੀਜ਼ ਆ ਕਿ ਆਪਾਂ ਨੇ ਚਾਲ ਤੇ ਵੇਗ ਦੇ ਵਿੱਚ ਫਰਕ ਨੂੰ ਸਮਝਣਾ। ਇਸੇ ਤਰ੍ਹਾਂ ਅੱਜ ਜਿਹੜਾ ਆਪਾਂ ਟੌਪਿਕ ਕੀਤਾ ਉਹ 'ਚ ਆਪਾਂ ਦੂਰੀ ਔਰ ਇਹਦੇ ਨਾਲ ਆਪਾਂ ਨੇ ਕਿਹਦੇ ਵਿੱਚ ਫਰਕ ਕੀਤਾ ਸੀ? ਵਿਸਥਾਪਨ। ਇਹ ਦੋ ਚੀਜ਼ਾਂ ਯਾਨੀ ਅਲੱਗ-ਅਲੱਗ ਚੀਜ਼ਾਂ ਆ, ਇਹਨਾਂ ਨੂੰ ਆਪਾਂ ਕਨਫਿਊਜ਼ ਨਹੀਂ ਹੋਣਾ। ਇੱਕ ਵਾਰ ਰਿਪੀਟ ਕਰਾ ਦਿੰਦੇ ਤੁਹਾਨੂੰ ਮੈਂ, ਜੋ ਹੁਣ ਤੱਕ ਦੱਸਿਆ ਉਹ ਇਹੀ ਦੱਸਿਆ ਰਜੇ। ਦੂਰੀ ਜਿਹੜੀ ਆ ਉਹ ਟੋਟਲ ਡਿਸਟੈਂਸ ਹੋਏਗੀ, ਚਾਹੇ ਪਹਿਲਾ ਬਿੰਦੂ ਤੋਂ ਉਹ ਚੀਜ਼ ਵਾਪਸ ਪਹਿਲੇ ਬਿੰਦੂ ਤੇ ਆ ਰਹੀ ਹੈ, ਲੇਕਿਨ ਫਿਰ ਵੀ ਆਪਾਂ ਟੋਟਲ ਗਿਣਨੇ ਆ ਕਿੱਥੇ ਗਈ, ਉਹ ਕਿੰਨੇ ਕਿਲੋਮੀਟਰ ਗਈ, ਫਿਰ ਵਾਪਸ ਆਈ ਤਾਂ ਵੀ ਆਪਾਂ ਗਿਣਨੇ ਆ। ਜਿੱਦਾਂ ਇੱਥੇ ਮੈਂ ਗਿਣੇ ਆ ਵੀ ਤਲਾਅ 'ਚੋਂ ਤੈਰਦੀ ਹੈ 90 ਮੀਟਰ ਇੱਕ ਪਾਸੇ, 90 ਮੀਟਰ ਦੂਜੇ ਪਾਸੇ, ਭਾਵੇਂ ਉਹ ਪਹਿਲੀ ਜਗ੍ਹਾ ਤੇ ਮੁੜ ਆਈ ਲੇਕਿਨ ਟੋਟਲ ਡਿਸਟੈਂਸ ਕਿੰਨਾ ਤੈਅ ਕਰ ਗਈ? 180। ਤਾਂ ਦੂਰੀ ਰਜੇ ਕਿੰਨੀ ਬਣ ਗਈ ਆਪਣੇ ਕੋਲ? 180। ਇਹਨੂੰ ਦੂਰੀ ਕਹਿੰਦੇ। ਜਦੋਂ ਵਿਸਥਾਪਨ ਮਾਪਣਾ ਤਾਂ ਇਸ ਢੰਗ ਨਾਲ ਦੇਖਣਾ ਵੀ ਉਹਨੇ ਸ਼ੁਰੂ ਦਾ ਪੁਆਇੰਟ ਕਿਹੜਾ ਤੇ ਐਂਡ ਦਾ ਕਿਹੜਾ।
ਹੁਣ ਜੇ ਤਲਾਅ 'ਚੋਂ ਰੁਕੀ ਹੈ ਨਹੀਂ ਦੂਜੇ ਸਿਰੇ ਤੇ ਉਹ ਵਾਪਸ ਆ ਗਈ ਹੈ, ਇਹਦਾ ਮਤਲਬ ਪਹਿਲਾ ਪੁਆਇੰਟ ਵੀ ਉਹੀ ਤੇ ਆਖਰੀ ਵੀ ਉਹੀ ਬਣ ਗਿਆ, ਤਾਂ ਵਿਸਥਾਪਨ ਕਿੰਨਾ ਆ ਗਿਆ, 0 ਆ ਗਿਆ। ਸੋ ਇਹ ਆਪਾਂ ਜਿਹੜਾ ਨਾ ਕਲੀਅਰ ਕਰ ਲੈਣਾ। ਦੂਜੀ ਗੱਲ ਆਪਾਂ ਵੇਗ ਤੇ ਚਾਲ 'ਚ ਫਰਕ ਧਿਆਨ ਰੱਖਣਾ। ਵੇਗ ਜਿਹੜਾ ਹੈਗਾ ਵਿਸਥਾਪਨ ਜਿਹੜਾ ਆਪਾਂ ਨੋਟ ਕਰਾਂਗੇ ਉਹਦੇ ਨਾਲ ਉਹਦੇ ਬਟੇ ਸਮਾਂ ਹੁੰਦਾ, ਚਾਲ ਜਿਹੜੀ ਹੈ ਦੂਰੀ ਬਟਾ ਸਮਾਂ, ਦੂਰੀ ਆਪਾਂ ਟੋਟਲ ਲੈਣੀ ਹੁੰਦੀ, ਵਿਸਥਾਪਨ ਆਪਾਂ ਸ਼ੁਰੂ ਤੋਂ ਐਂਡ ਵਾਲਾ ਡਿਸਟੈਂਸ ਲੈਣਾ ਹੁੰਦਾ। ਸੋ ਇਹ ਦੋਨਾਂ 'ਚ ਹੈ। ਇਹ ਬਿਨਾਂ ਦਿਸ਼ਾ ਵਾਲੀ ਇਕਾਈ ਹੈ ਆਪਣੇ ਕੋਲ, ਹੈ ਨਾ। ਇਹ ਜਿਹੜਾ ਹੈਗੀ ਆਪਣੇ ਕੋਲ ਵਿਦ ਜਿਹੜੀ ਹੈ ਡਾਇਰੈਕਸ਼ਨ ਦੇ ਵਿੱਚ ਜਦੋਂ ਅਸੀਂ ਨੋਟ ਕਰਦੇ ਹਾਂ ਉਸ ਟਾਈਮ ਜਿਹੜੀ ਆ ਉਹਨੂੰ ਵੇਗ ਕਿਹਾ ਜਾਂਦਾ। ਹੁਣ ਡਾਇਰੈਕਸ਼ਨ ਦੇ ਵਿੱਚ ਇਹ ਹੈ ਕਿ ਮੰਨ ਲਓ ਕੋਈ ਚੀਜ਼ ਹੈ ਰਾਜੇ, ਉਹ ਇੱਧਰੋਂ ਇੱਧਰ ਜਾ ਰਹੀ ਹੈ, ਠੀਕ ਹੈ, ਫਿਰ ਉਹ ਕੀ ਕਰਦੀ ਹੈ, ਵਾਪਸ ਇੱਧਰ ਆ ਜਾਂਦੀ ਹੈ, ਤਾਂ ਉਹ ਫਿਰ ਜਿਹੜਾ ਹੈਗਾ ਨਾ ਆਪਾਂ ਨੇ ਉਹ ਘਟਾ ਕੇ ਲੈਣਾ ਪੈਂਦਾ, ਡਾਇਰੈਕਸ਼ਨ ਨਾਲ ਨੋਟ ਕਰਨੀ ਪੈਂਦੀ ਆ। ਇੱਧਰ ਗਈ ਚੀਜ਼ ਜੁੜ ਗਈ, ਹੈ ਨਾ, ਪੋਜ਼ਿਟਿਵ ਆ ਗਈ, ਜਿਹੜੀ ਵਾਪਸ ਆ ਗਈ ਫਿਰ ਉਹਨੂੰ ਕੀ ਕਰਨਾ ਪੈਂਦਾ, ਨੈਗੇਟਿਵ ਮਾਈਨਸ ਕਰਨਾ ਪੈਂਦਾ। ਸੋ ਇਸ ਤਰੀਕੇ ਦੇ ਨਾਲ ਵੇਗ ਦੇ ਵਿੱਚ ਦਿਸ਼ਾ ਕਾਊਂਟ ਕੀਤੀ ਜਾਂਦੀ ਹੈ ਕਿ ਇੱਕ ਚੀਜ਼ ਕਿਹੜੀ ਦਿਸ਼ਾ 'ਚ ਗਈ ਆ, ਮੁੜ ਕੇ ਹੋਰ ਉਸੇ ਦਿਸ਼ਾ 'ਚ ਗਈ ਤਾਂ ਐਡ ਕਰ ਲਓ, ਵਾਪਸ ਆਈ ਤਾਂ ਸਾਨੂੰ ਘਟਾਉਣਾ ਪੈ ਜਾਂਦਾ। ਸੋ ਇਸੇ ਕਰਕੇ ਇਹ ਜਿਹੜੀ ਹੈ ਦਿਸ਼ਾ ਨਾਲ ਜੁੜੀ ਹੋਈ ਇਕਾਈ ਹੈ, ਇਹ ਜਿਹੜੀ ਹੈ ਬਿਨਾਂ ਦਿਸ਼ਾ ਦੀ ਹੈ। ਸੋ ਅੱਜ ਆਪਾਂ ਇਹੀ 4 ਚੀਜ਼ਾਂ ਕੀਤੀਆਂ ਕਿ ਆਪਾਂ ਨੂੰ ਕਲੀਅਰ ਹੋ ਜਾਣ। ਦੂਰੀ ਕਿਹਨੂੰ ਕਹਿੰਦੇ ਆ, ਚਾਲ ਕਿਹਨੂੰ ਕਹਿੰਦੇ ਆ, ਔਸਤ ਚਾਲ ਜਿਹੜੀ ਹੈ ਐਵਰੇਜ ਗੱਡੀ ਦੀ ਆ, ਵੇਗ ਕਿਹਨੂੰ ਕਹਿੰਦੇ ਆ, ਵਿਸਥਾਪਨ ਕਿਹਨੂੰ ਕਹਿੰਦੇ ਆ, ਸਮਾਂ ਕਿਹੜਾ ਹੋ ਗਿਆ, ਕਿੱਦਾਂ ਆਪਾਂ ਨੋਟ ਕਰਦੇ ਆ, ਔਰ ਚਾਲ ਨੂੰ ਜਿਹੜਾ ਮਾਪਣਾ ਉਹਦਾ ਫਾਰਮੂਲਾ ਹੈ ਦੂਰੀ ਬਟਾ ਸਮਾਂ। ਅਗਰ ਅਸੀਂ ਵੇਗ ਮਾਪਣਾ ਹੈ ਤਾਂ ਵਿਸਥਾਪਨ ਬਟਾ ਸਮਾਂ। ਔਰ ਇਹ ਵੀ ਤੁਹਾਨੂੰ ਅੱਜ ਸਿਖਾਇਆ ਕਿ ਆਪਾਂ ਯੂਨਿਟ ਕਿੱਦਾਂ ਕਨਵਰਟ ਕਰਨੇ ਆ। ਕਿਲੋਮੀਟਰ ਪ੍ਰਤੀ ਘੰਟਾ ਤੋਂ ਅਸੀਂ ਮੀਟਰ ਪ੍ਰਤੀ ਸੈਕਿੰਡ 'ਚ ਕਿੱਦਾਂ ਜਾਵਾਂਗੇ, ਕਿਲੋਮੀਟਰ ਨੂੰ ਮੀਟਰ ਬਣਾਵਾਂਗੇ, ਘੰਟੇ ਨੂੰ ਅਸੀਂ 3600 ਜਿਹੜਾ ਕਨਵਰਟ ਕਰਕੇ ਸਕਿੰਟ ਬਣਾ ਲਵਾਂਗੇ, ਅਗਰ ਮਿੰਟ ਤੋਂ ਸਕਿੰਟ ਬਣਾਉਣੇ ਤਾਂ 60 ਲੈ ਲਵਾਂਗੇ। ਸੋ ਇਹ ਤੁਸੀਂ ਦੇਖ ਕੇ ਇਕਾਈਆਂ ਕਰਨੀਆਂ ਕਿ ਆਪਾਂ ਕਿਹੜੀ ਯੂਨਿਟ ਦੇ ਵਿੱਚ ਜਿਹੜਾ ਸਵਾਲ ਕਵਰ ਕਰ ਰਹੇ ਹਾਂ। ਸੋ ਇਸ ਤੋਂ ਇਲਾਵਾ ਜਿਹੜਾ ਹੈਗਾ ਹੁਣ ਅੱਗੇ ਵਾਲੇ ਟੌਪਿਕ ਜਿਹੜੇ ਹੈਗੇ ਨਾ ਗ੍ਰਾਫ ਦੇ ਆ ਜਾਣੇ ਆਪਾਂ ਨੂੰ, ਉਹ ਵੀ ਆਪਾਂ ਕਰਨਾ ਆ। ਔਰ ਇੰਨਾ ਕੁ ਜਿਹੜਾ ਹੈਗਾ ਨਾ ਇਹਦੇ ਵਿੱਚ ਜਿੰਨੇ ਕੁ ਸਵਾਲ ਸੀਗੇ ਤੁਹਾਨੂੰ ਸਾਰੇ ਮੈਂ ਦੱਸਦੇ ਆ, ਤੁਸੀਂ ਇੰਨਾ ਕਵਰ ਕਰ ਲੈਣਾ ਔਰ ਇਹਨੂੰ ਸਮਝਣਾ ਰਜੇ। ਵੀਡੀਓ ਜ਼ਰੂਰ ਦੇਖਿਆ ਕਰੋ ਔਰ ਵੀਡੀਓ ਦੇਖ ਕੇ ਰਿਸਪੌਂਸ ਜ਼ਰੂਰ ਦੇ ਦਿਆ ਕਰੋ ਤਾਂ ਕਿ ਫਿਰ ਜਿਹੜਾ ਹੈਗਾ ਨਾ ਆਪਾਂ ਕੰਮ ਜਿਹੜਾ ਆਸਾਨੀ ਦੇ ਨਾਲ ਅੱਗੇ ਕਰ ਸਕੀਏ। ਓਕੇ ਰਜੇ, ਆਲ ਦੀ ਬੈਸਟ।